ਭਗਤ ਸਿੰਘ ਇੱਕ ਅਜਿਹਾ ਨਾਮ ਜਿਸ ਨੂੰ ਹਰ ਕੋਈ ਜਾਣਦਾ ਹੈ, ਪਰ ਅੱਜ ਆਪਾਂ ਉਹਨਾਂ ਦੀ ਕਹਾਣੀ ਦੀਆਂ ਤਹਿਾਂ ਵਿੱਚ ਥੋੜਾ ਡੂੰਘਾ ਉਤਰਾਂਗੇ। ਇਹ ਸਿਰਫ ਇੱਕ ਆਜ਼ਾਦੀ ਘੁਲਾਟੀਏ ਦੀ ਗੱਲ ਨਹੀਂ, ਸਗੋਂ ਇਹ ਇੱਕ ਵਿਚਾਰ ਦੀ, ਇੱਕ ਜਜ਼ਬੇ ਦੀ ਕਹਾਣੀ ਹੈ। ਇੱਕ ਸਵਾਲ, ਇੱਕ ਬੋਲੇ ਸਾਮਰਾਜ ਨੂੰ ਆਪਣੀ ਗੱਲ ਕਿਵੇਂ ਸੁਣਾਈ ਜਾਵੇ? ਸੋਚੋ, ਇੱਕ ਅਜਿਹਾ ਸਾਮਰਾਜ ਜੋ ਲੋਕਾਂ ਦੀ ਆਵਾਜ਼ ਸੁਣਨ ਲਈ ਤਿਆਰ ਹੀ ਨਾ ਹੋਵੇ। ਇਹੀ ਉਹ ਸਵਾਲ ਸੀ ਜਿਸ ਨੇ ਭਗਤ ਸਿੰਘ ਦੇ ਪੂਰੇ ਜੀਵਨ ਨੂੰ, ਉਹਨਾਂ ਦੇ ਸੰਘਰਸ਼ ਨੂੰ ਇੱਕ ਦਿਸ਼ਾ ਦਿੱਤੀ। ਤਾਂ ਇਸ ਸਵਾਲ ਦਾ ਜਵਾਬ 1929 ਵਿੱਚ ਭਗਤ ਸਿੰਘ ਨੇ ਦਿੱਤਾ, ਅਤੇ ਜਵਾਬ ਵੀ ਕੋਈ ਮਾਮੂਲੀ ਨਹੀਂ ਸੀ। ਇਹ ਇੱਕ ਧਮਾਕਾ ਸੀ ਜਿਸ ਦੀ ਗੂੰਜ ਸਿਰਫ ਦਿੱਲੀ 'ਚ ਨਹੀਂ, ਸਗੋਂ ਪੂਰੇ ਬ੍ਰਿਟਿਸ਼ ਸਾਮਰਾਜ ਵਿੱਚ ਸੁਣਾਈ ਦਿੱਤੀ। ਤਾਂ ਆਓ ਕਹਾਣੀ ਦੀ ਸ਼ੁਰੂਆਤ ਉਸ ਇਤਿਹਾਸਿਕ ਘਟਨਾ ਤੋਂ ਕਰਦੇ ਹਾਂ। ਉਹ ਘਟਨਾ ਜਿਸ ਨੇ ਭਗਤ ਸਿੰਘ ਨੂੰ ਰਾਤੋਂ ਰਾਤ ਪੂਰੇ ਦੇਸ਼ ਦੀਆਂ ਨਜ਼ਰਾਂ ਦਾ ਤਾਰਾ ਬਣਾ ਦਿੱਤਾ। ਇਹ ਇੱਕ ਬੰਬ ਦੀ ਕਹਾਣੀ ਹੈ, ਇੱਕ ਅਜਿਹਾ ਬੰਬ ਜਿਸ ਦਾ ਮਕਸਦ ਮਾਰਨਾ ਨਹੀਂ, ਸਗੋਂ ਸੁਣਾਉਣਾ ਸੀ। ਤਾਰੀਖ ਸੀ 8 ਅਪ੍ਰੈਲ 1929। ਦਿੱਲੀ ਦੀ ਸੈਂਟਰਲ ਅਸੈਂਬਲੀ ਵਿੱਚ 2 ਬੰਬ ਸੁੱਟੇ ਜਾਂਦੇ ਨੇ। ਪਰ ਇਹ ਕੋਈ ਆਮ ਧਮਾਕਾ ਨਹੀਂ ਸੀ, ਇਹ ਤਾਂ ਇੱਕ ਸੋਚਿਆ ਸਮਝਿਆ ਰਾਜਨੀਤਿਕ ਐਕਸ਼ਨ ਸੀ। ਧਮਾਕੇ ਤੋਂ ਤੁਰੰਤ ਬਾਅਦ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਨੇ, ਅਤੇ ਫਿਰ ਭੱਜਣ ਦੀ ਬਜਾਏ ਉਹ ਦੋਵੇਂ ਕ੍ਰਾਂਤੀਕਾਰੀ ਬੜੇ ਆਰਾਮ ਨਾਲ ਆਪਣੀ ਗ੍ਰਿਫਤਾਰੀ ਦੇ ਦਿੰਦੇ ਨੇ। ਉਹਨਾਂ ਦਾ ਮਕਸਦ ਕੀ ਸੀ? ਖੁਦ ਭਗਤ ਸਿੰਘ ਦੇ ਸ਼ਬਦਾਂ ਵਿੱਚ, ਸਾਡਾ ਮਕਸਦ ਬੋਲਿਆਂ ਨੂੰ ਸੁਣਾਉਣਾ ਸੀ। ਬਸ ਇਹੀ, ਇੱਕ ਅਜਿਹੀ ਆਵਾਜ਼ ਪੈਦਾ ਕਰਨੀ ਜੋ ਉਸ ਸਾਮਰਾਜ ਦੀ ਨੀਂਦ ਖਰਾਬ ਕਰ ਦੇਵੇ, ਜੋ ਲੋਕਾਂ ਦੀ ਸੁਣ ਹੀ ਨਹੀਂ ਰਿਹਾ ਸੀ। ਇਸ ਪੂਰੇ ਹਮਲੇ ਪਿੱਛੇ ਇੱਕ ਬੜੀ ਡੂੰਗੀ ਰਣਨੀਤੀ ਕੰਮ ਕਰ ਰਹੀ ਸੀ। ਦੇਖੋ, ਜਿਹੜੇ ਬੰਬ ਵਰਤੇ ਗਏ ਉਹ ਬਹੁਤ ਘੱਟ ਤਾਕਤ ਵਾਲੇ ਸਨ। ਮਕਸਦ ਕਿਸੇ ਨੂੰ ਮਾਰਨਾ ਹੈ ਹੀ ਨਹੀਂ ਸੀ। ਅਸਲ ਪਲਾਨ ਤਾਂ ਕੁਝ ਹੋਰ ਸੀ। ਪਲਾਨ ਸੀ ਗ੍ਰਿਫਤਾਰੀ ਦੇਣਾ, ਤਾਂ ਕਿ ਅਦਾਲਤ ਨੂੰ, ਕੋਰਟਰੂਮ ਨੂੰ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਇੱਕ ਸਟੇਜ ਬਣਾਇਆ ਜਾ ਸਕੇ। ਕਮਾਲ ਦੀ ਸੋਚ ਸੀ, ਹੈ ਨਾ? ਤੇ ਇਹ ਸੋਚ ਆਈ ਸੀ ਇੱਕ ਫਰਾਂਸੀਸੀ ਕ੍ਰਾਂਤੀਕਾਰੀ ਤੋਂ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਕ੍ਰਾਂਤੀਕਾਰੀ ਜਜ਼ਬਾ ਆਇਆ ਕਿੱਥੋਂ? ਅਜਿਹੀ ਸੋਚ ਬਣੀ ਕਿਵੇਂ? ਚਲੋ ਥੋੜਾ ਪਿੱਛੇ ਚੱਲਦੇ ਹਾਂ, ਭਗਤ ਸਿੰਘ ਦੇ ਅਤੀਤ ਵਿੱਚ ਝਾਤ ਮਾਰਦੇ ਹਾਂ ਤੇ ਦੇਖਦੇ ਹਾਂ ਕਿ ਕਿਹੜੀਆਂ ਘਟਨਾਵਾਂ ਨੇ ਇੱਕ ਨੌਜਵਾਨ ਨੂੰ ਇਨਕਲਾਬ ਦੇ ਰਾਹ ਤੇ ਤੋੜ ਦਿੱਤਾ। ਸਾਲ 1907 ਵਿੱਚ ਭਗਤ ਸਿੰਘ ਦਾ ਜਨਮ ਇੱਕ ਇਹੋ ਜਿਹੇ ਪਰਿਵਾਰ ਵਿੱਚ ਹੋਇਆ ਜਿਸ ਦੀਆਂ ਤਾਂ ਰਗਾਂ ਵਿੱਚ ਹੀ ਦੇਸ਼ ਭਗਤੀ ਤੇ ਆਜ਼ਾਦੀ ਦਾ ਸੰਘਰਸ਼ ਦੌੜਦਾ ਸੀ। ਮਤਲਬ ਕਿ ਕ੍ਰਾਂਤੀ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਿਰਾਸਤ ਵਿੱਚ ਹੀ ਮਿਲੀ ਸੀ। ਸ਼ੁਰੂ ਵਿੱਚ ਤਾਂ ਭਗਤ ਸਿੰਘ ਗਾਂਧੀ ਜੀ ਦੇ ਅਹਿੰਸਾ ਦੇ ਰਸਤੇ ਤੋਂ ਬਹੁਤ ਪ੍ਰਭਾਵਿਤ ਸਨ। ਪਰ ਫਿਰ ਆਇਆ ਉਹ ਮੋੜ, ਚੌਰੀ ਚੌਰਾ ਘਟਨਾ ਤੋਂ ਬਾਅਦ ਜਦੋਂ ਗਾਂਧੀ ਜੀ ਨੇ ਅੰਦੋਲਨ ਵਾਪਸ ਲੈ ਲਿਆ ਤਾਂ ਭਗਤ ਸਿੰਘ ਦਾ ਵਿਸ਼ਵਾਸ ਡੋਲ ਗਿਆ। ਉਹਨਾਂ ਨੂੰ ਲੱਗਣ ਲੱਗਾ ਕਿ ਆਜ਼ਾਦੀ ਲਈ ਸ਼ਾਇਦ ਸਿਰਫ ਅਹਿੰਸਾ ਕਾਫੀ ਨਹੀਂ ਹੈ, ਇਸ ਲਈ ਕ੍ਰਾਂਤੀਕਾਰੀ ਕਦਮ ਚੁੱਕਣੇ ਹੀ ਪੈਣਗੇ। ਤਾਂ ਇਸ ਨਵੀਂ ਸੋਚ ਦੇ ਨਾਲ ਭਗਤ ਸਿੰਘ ਸਿਰਫ ਬੈਠੇ ਨਹੀਂ ਰਹੇ। ਉਹਨਾਂ ਨੇ ਸਿਰਫ ਸੋਚਿਆ ਹੀ ਨਹੀਂ, ਸਗੋਂ ਉਸ ਸੋਚ ਨੂੰ ਅਮਲ ਵਿੱਚ ਲਿਆਂਦਾ। ਆਓ ਵੇਖੀਏ ਕਿ ਉਹਨਾਂ ਨੇ ਆਪਣੇ ਕ੍ਰਾਂਤੀਕਾਰੀ ਵਿਚਾਰਾਂ ਨੂੰ ਜ਼ਮੀਨ ਤੇ ਕਿਵੇਂ ਉਤਾਰਿਆ। ਇਹ ਗੱਲ ਵੀ ਸਮਝਣ ਵਾਲੀ ਹੈ ਕਿ ਉਹ ਸਿਰਫ ਇੱਕ ਵਿਅਕਤੀ ਨਹੀਂ ਸਨ, ਇੱਕ ਕਮਾਲ ਦੇ ਸੰਗਠਕ ਵੀ ਸਨ। 1926 ਵਿੱਚ ਉਹਨਾਂ ਨੇ ਨੌਜਵਾਨ ਭਾਰਤ ਸਭਾ ਬਣਾਈ। ਕਿਉਂ? ਤਾਂ ਜੋ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਇੱਕ ਝੰਡੇ ਥੱਲੇ ਲਿਆਂਦਾ ਜਾ ਸਕੇ। ਫਿਰ 2 ਸਾਲ ਬਾਅਦ 1928 ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਯਾਨੀ HSRA ਦੀ ਸਥਾਪਨਾ ਕੀਤੀ, ਜੋ ਅੱਗੇ ਜਾ ਕੇ ਕ੍ਰਾਂਤੀ ਦੀ ਇੱਕ ਬਹੁਤ ਵੱਡੀ ਲਹਿਰ ਬਣੀ। ਪਰ ਫਿਰ ਹੋਈ ਇੱਕ ਗਲਤੀ, ਇੱਕ ਘਾਤਕ ਗਲਤੀ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣਾ ਸੀ। ਨਿਸ਼ਾਨੇ ਤੇ ਸੀ ਪੁਲਿਸ ਸੁਪਰਡੈਂਟ ਜੇਮਸ ਸਕਾਟ, ਪਰ ਗਲਤ ਪਹਿਚਾਨ ਕਰਕੇ ਮਾਰਿਆ ਗਿਆ JP ਸਾਂਡਰਸ। ਔਰ ਇਹੀ ਘਟਨਾ, ਇਹੀ ਕੇਸ ਅੱਗੇ ਜਾ ਕੇ ਭਗਤ ਸਿੰਘ ਦੀ ਫਾਂਸੀ ਦਾ ਮੁੱਖ ਕਾਰਨ ਬਣਿਆ। ਹੁਣ ਭਗਤ ਸਿੰਘ ਜੇਲ੍ਹ ਵਿੱਚ ਸਨ, ਪਰ ਜੇਲ੍ਹ ਦੀਆਂ ਸਲਾਖਾਂ ਵੀ ਉਹਨਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕਰ ਸਕੀਆਂ। ਸਗੋਂ ਉਹਨਾਂ ਨੇ ਤਾਂ ਅਦਾਲਤ ਦੇ ਕਟਹਿਰੇ ਨੂੰ ਹੀ ਆਪਣਾ ਮੰਚ ਬਣਾ ਲਿਆ ਤੇ ਉੱਥੋਂ ਆਪਣੀ ਆਵਾਜ਼ ਪੂਰੇ ਦੇਸ਼ ਤੱਕ ਪਹੁੰਚਾਈ। 116 ਇਹ ਸਿਰਫ ਇੱਕ ਨੰਬਰ ਨਹੀਂ ਹੈ, ਇਹ ਭਗਤ ਸਿੰਘ ਦੀ ਅਦੁੱਤੀ ਹਿੰਮਤ ਤੇ ਲੋਹੇ ਵਰਗੇ ਇਰਾਦੇ ਦਾ ਸਬੂਤ ਹੈ। ਰਾਜਨੀਤਿਕ ਕੈਦੀਆਂ ਦੇ ਹੱਕਾਂ ਲਈ ਪੂਰੇ 116 ਦਿਨਾਂ ਦੀ ਭੁੱਖ ਹੜਤਾਲ। ਸੋਚ ਕੇ ਦੇਖੋ, ਬਿਨਾਂ ਕੁਝ ਖਾਧੇ, ਸਿਰਫ ਆਪਣੇ ਸਿਧਾਂਤਾਂ ਤੇ ਡਟੇ ਰਹਿਣਾ। ਅਤੇ ਉਹਨਾਂ ਦੀ ਇਸੇ ਦ੍ਰਿੜਤਾ ਨੂੰ ਉਹਨਾਂ ਦੇ ਇਹ ਸ਼ਬਦ ਕਿੰਨੀ ਖੂਬਸੂਰਤੀ ਨਾਲ ਬਿਆਨ ਕਰਦੇ ਨੇ। ਉਹ ਮੈਨੂੰ ਮਾਰ ਸਕਦੇ ਹਨ ਪਰ ਮੇਰੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ ਪਰ ਮੇਰੀ ਆਤਮਾ ਨੂੰ ਕੁਚਲ ਨਹੀਂ ਸਕਣਗੇ। ਸਰੀਰ ਕਮਜ਼ੋਰ ਪੈ ਰਿਹਾ ਸੀ ਪਰ ਆਤਮਾ ਉਹ ਉਦੋਂ ਵੀ ਅਟੁੱਟ ਸੀ। ਅਕਸਰ ਅਸੀਂ ਭਗਤ ਸਿੰਘ ਨੂੰ ਸਿਰਫ ਇੱਕ ਕ੍ਰਾਂਤੀਕਾਰੀ ਵਜੋਂ ਦੇਖਦੇ ਹਾਂ, ਪਰ ਉਹ ਇੱਕ ਬਹੁਤ ਵੱਡੇ ਚਿੰਤਕ ਵੀ ਸਨ। ਇੱਕ ਨਾਸਤਿਕ, ਇੱਕ ਮਾਰਕਸਵਾਦੀ, ਜੋ ਮਾਰਕਸ ਤੇ ਲੈਨਿਨ ਵਰਗੇ ਵਿਚਾਰਕਾਂ ਨੂੰ ਪੜ੍ਹਦੇ ਸਨ। ਜੇਲ੍ਹ ਵਿੱਚ ਬੈਠ ਕੇ ਮੈਂ ਨਾਸਤਿਕ ਕਿਉਂ ਹਾਂ ਵਰਗਾ ਲੇਖ ਲਿਖਣਾ ਇਹ ਦੱਸਦਾ ਹੈ ਕਿ ਉਹਨਾਂ ਦੀ ਕ੍ਰਾਂਤੀ ਜਿੰਨੀ ਹਥਿਆਰਾਂ ਦੀ ਸੀ, ਉਨੇ ਹੀ ਕਿਤਾਬਾਂ ਤੇ ਵਿਚਾਰਾਂ ਦੀ ਵੀ ਸੀ। ਤੇ ਹੁਣ ਅਸੀਂ ਕਹਾਣੀ ਦੇ ਉਸ ਆਖਰੀ ਤੇ ਸਭ ਤੋਂ ਦਰਦਨਾਕ ਪੜਾਅ ਤੇ ਪਹੁੰਚ ਗਏ ਹਾਂ। ਉਹ ਪੜਾਅ ਜਿੱਥੇ ਇੱਕ ਕ੍ਰਾਂਤੀਕਾਰੀ ਸ਼ਹੀਦ ਬਣ ਗਿਆ,
ਪਰ ਉਸ ਦੇ ਵਿਚਾਰ ਹਮੇਸ਼ਾ ਲਈ ਅਮਰ ਹੋ ਗਏ। 23 ਮਾਰਚ 1931 ਦਾ ਦਿਨ, ਅੰਗਰੇਜ਼ ਹਕੂਮਤ ਦੇ ਅੰਦਰ ਦਾ ਡਰ ਦੇਖੋ। ਉਹ ਇੰਨੇ ਡਰੇ ਹੋਏ ਸਨ ਕਿ ਉਹਨਾਂ ਨੇ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਤੈਅ ਕੀਤੇ ਸਮੇਂ ਤੋਂ 11 ਘੰਟੇ ਪਹਿਲਾਂ ਹੀ ਫਾਂਸੀ ਦੇ ਦਿੱਤੀ। ਸਭ ਕੁਝ ਚੋਰੀ ਛਿਪੇ ਰਾਤ ਦੇ ਘੁੱਪ ਹਨੇਰੇ ਵਿੱਚ ਕੀਤਾ ਗਿਆ ਤਾਂ ਕਿ ਲੋਕਾਂ ਦਾ ਗੁੱਸਾ ਨਾ ਭੜਕ ਜਾਵੇ। ਪਰ ਬੇਇਨਸਾਫੀ ਇੱਥੇ ਹੀ ਖਤਮ ਨਹੀਂ ਹੋਈ। ਉਹਨਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਵੀ ਨਹੀਂ ਸੌਂਪੀਆਂ ਗਈਆਂ, ਸਗੋਂ ਉਹਨਾਂ ਨੂੰ ਗੁਪਤ ਤਰੀਕੇ ਨਾਲ ਸਤਲੁਜ ਦਰਿਆ ਕੰਢੇ ਲਿਜਾ ਕੇ ਅੱਧ-ਸੜੀ ਹਾਲਤ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਅਪਮਾਨਜਨਕ ਕਾਰੇ ਨੇ ਲੋਕਾਂ ਦੇ ਗੁੱਸੇ ਦੀ ਅੱਗ ਨੂੰ ਹੋਰ ਭੜਕਾ ਦਿੱਤਾ ਅਤੇ ਉਹਨਾਂ ਤਿੰਨਾਂ ਨੂੰ ਹਮੇਸ਼ਾ ਲਈ ਸ਼ਹੀਦ ਦਾ ਦਰਜਾ ਦੇ ਦਿੱਤਾ। ਕਹਿੰਦੇ ਨੇ ਕਿ ਫਾਂਸੀ ਦੇ ਤਖਤੇ ਤੇ ਵੀ ਉਹਨਾਂ ਦੇ ਆਖਰੀ ਸ਼ਬਦ ਉਹਨਾਂ ਦੇ ਪੂਰੇ ਜੀਵਨ ਦੇ ਮਿਸ਼ਨ ਦੀ ਗੂੰਜ ਸਨ, ਬ੍ਰਿਟਿਸ਼ ਸਾਮਰਾਜਯਵਾਦ ਮੁਰਦਾਬਾਦ। ਅਤੇ ਇਸੇ ਕਰਕੇ ਅੱਜ ਵੀ ਪੂਰਾ ਦੇਸ਼ 23 ਮਾਰਚ ਨੂੰ ਸ਼ਹੀਦੀ ਦਿਵਸ ਵਜੋਂ ਮਨਾਉਂਦਾ ਹੈ। ਇਹ ਸਿਰਫ ਇੱਕ ਛੁੱਟੀ ਨਹੀਂ, ਬਲਕਿ ਉਹਨਾਂ ਮਹਾਨ ਨਾਇਕਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ। ਤਾਂ ਇਸ ਸਾਰੀ ਕਹਾਣੀ ਤੋਂ ਬਾਅਦ ਇੱਕ ਸਵਾਲ ਮਨ ਵਿੱਚ ਰਹਿ ਜਾਂਦਾ ਹੈ, ਆਖਿਰ ਅਜਿਹਾ ਕੀ ਹੈ ਕਿ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋਇਆ ਇੱਕ ਨੌਜਵਾਨ ਅੱਜ ਵੀ ਇੰਨੇ ਸਾਲਾਂ ਬਾਅਦ ਵੀ ਸਾਡੇ ਦਿਲਾਂ ਵਿੱਚ ਜ਼ਿੰਦਾ ਹੈ ਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ? ਸ਼ਾਇਦ ਇਸ ਦਾ ਜਵਾਬ ਭਗਤ ਸਿੰਘ ਦੇ ਆਪਣੇ ਹੀ ਸ਼ਬਦਾਂ ਵਿੱਚ ਹੈ ਕਿ ਜਿਸਮ ਤਾਂ ਮਰ ਜਾਂਦੇ ਨੇ ਪਰ ਵਿਚਾਰ ਕਦੇ ਨਹੀਂ ਮਰਦੇ।